ਇੱਥੇ ਲੱਗਣਾ ਸੀ ਟਾਟਾ ਨੈਨੋ ਦਾ ਪਲਾਂਟ। ਅਸੀਂ ਸਿੰਗੂਰ 'ਚ ਮੌਜੂਦ ਹਾਂ ਤੇ ਮਮਤਾ ਬੈਨਰਜੀ ਇਸ ਪ੍ਰੋਟੈਸਟ ਦੇ ਸਿਰ ਤੇ ਬਣੀ ਸੀ 2011 'ਚ ਬੰਗਾਲ ਦੀ ਮੁੱਖ ਮੰਤਰੀ। पंद्रह साल पहला 2006 ਦੇ ਵਿੱਚ ਟਾਟਾ ਨੇ ਇੱਥੇ ਨੈਨੋ ਬਣਾਉਣ ਵਾਸਤੇ ਪਲਾਂਟ ਲਾਉਣਾ ਕੀਤਾ ਸੀ ਸ਼ੁਰੂ, ਜਦੋਂ ਮਮਤਾ ਬੈਨਰਜੀ ਕਲਕੱਤੇ ਭੁੱਖ ਹੜਤਾਲ ਤੇ ਬੈਠ ਗਈ ਸੀ। ਇਸੇ 1000 ਕਿੱਲੇ ਦੇ ਵਿੱਚ ਲੱਗਣਾ ਸੀ ਟਾਟਾ ਨੈਨੋ ਦਾ ਪਲਾਂਟ, ਪਰ ਮਮਤਾ ਬੈਨਰਜੀ ਨੇ ਪ੍ਰੋਟੈਸਟ ਕਰਕੇ ਬਦਲ ਦਿੱਤੀ ਸੀ ਸਾਰੀ ਖੇਡ। ਸਿੰਗੂਰ ਦੀ ਇਸੇ ਧਰਤੀ ਨੇ ਬਦਲ ਦਿੱਤੀ ਸੀ ਲੈਫਟ ਦੀ ਸਿਆਸਤ। 35 ਸਾਲ ਰਾਜ ਕਰਨ ਤੋਂ ਬਾਅਦ ਮਮਤਾ ਬੈਨਰਜੀ ਦੇ ਰਾਜ ਦਾ ਇੱਥੋਂ ਸੂਰਜ ਉੱਗਿਆ ਤੇ ਹੁਣ ਅੱਜ ਭਾਜਪਾ ਤੇ ਮਮਤਾ ਦੇ ਦਰਮਿਆਨ ਹੈ ਲੜਾਈ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਤੁਸੀਂ ਔਨ 에ਅਰ ਦੇਖ ਰਹੇ ਹੋ। ਮਮਤਾ ਬੈਨਰਜੀ 2011 ਦੇ ਵਿੱਚ ਮੁੱਖ ਮੰਤਰੀ ਬਣਦੇ ਆ ਵੈਸਟ ਬੰਗਾਲ ਦੇ, ਪਰ ਉਸ ਤੋਂ ਪਹਿਲਾਂ 5 ਸਾਲ ਦਾ ਸੰਘਰਸ਼ ਜਿਹੜਾ ਇਸੇ ਜ਼ਮੀਨ ਦੇ ਉੱਤੇ, ਇਸੇ ਜ਼ਮੀਨ ਨੂੰ ਲੈ ਕੇ, ਸਿੰਗੂਰ ਦੇ ਲੋਕਾਂ ਨੂੰ ਲੈ ਕੇ ਲੜਿਆ ਜਾਂਦਾ ਹੈ। ਅਸੀਂ ਇਸ ਵੇਲੇ ਸਿੰਗੂਰ ਦੇ ਵਿੱਚ ਮੌਜੂਦ ਹਾਂ, ਉਸੇ ਸਿੰਗੂਰ ਦੀ ਧਰਤੀ ਜਿਸ ਨੇ TMC ਦੀ ਤਕਦੀਰ ਬਦਲੀ, ਮਮਤਾ ਬੈਨਰਜੀ ਦੀ ਤਕਦੀਰ ਬਦਲੀ, ਲੈਫਟ ਦੇ 35 ਸਾਲ ਦੇ ਰਾਜ ਨੂੰ ਖਤਮ ਕੀਤਾ ਤੇ ਅੱਜ 10 ਸਾਲ ਦਾ ਮਮਤਾ ਬੈਨਰਜੀ ਦਾ ਰਾਜ 2011 ਤੋਂ 2021 ਦਾ ਬੰਗਾਲ ਦੇ ਵਿੱਚ ਹੋ ਜਾਂਦਾ ਹੈ। ਦਰਅਸਲ ਹੋਇਆ ਕੀ, ਇਸੇ ਜਗ੍ਹਾ ਦੇ ਉੱਤੇ ਟਾਟਾ ਨੈਨੋ ਦਾ ਪਲਾਂਟ ਲੱਗਣਾ ਸੀ। ਨੈਨੋ ਦੇਸ਼ ਦੀ ਸਭ ਤੋਂ ਸਸਤੀ ਕਾਰ ਟਾਟਾ ਨੇ ਲਾਂਚ ਕਰਨ ਦਾ ਦਾਅਵਾ ਕੀਤਾ। ਰਤਨ ਟਾਟਾ ਨੇ ਉਸ ਵੇਲੇ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਲੱਖ ਰੁਪਏ ਦੇ ਵਿੱਚ ਕਾਰ ਦੇ ਦੂੰਗਾ। ਉਸ ਕਾਰ ਨੂੰ ਲੈ ਕੇ ਪੂਰਾ ਦੇਸ਼ ਉਤਸ਼ਾਹਿਤ ਸੀ। ਕਿਹਾ ਜਾ ਰਿਹਾ ਸੀਗਾ ਕਿ ਦੇਸ਼ ਦਾ ਪ੍ਰੋਜੈਕਟ ਹੈ। ਵਾਮਪੰਥੀਆਂ ਦੀ, ਲੈਫਟ ਦੀ ਸਰਕਾਰ ਸੀਗੀ। ਲੈਫਟ ਹਮੇਸ਼ਾ ਲੜਾਈ ਲੜਦਾ ਰਿਹਾ ਦੇਸ਼ ਦੇ ਵਿੱਚ ਕਾਰਪੋਰੇਟ ਦੇ ਖਿਲਾਫ। ਲੈਫਟ ਹਮੇਸ਼ਾ ਲੜਾਈ ਲੜਦਾ ਰਿਹਾ ਆਮ ਲੋਕਾਂ ਦੀ, ਕਿਰਤੀਆਂ ਦੀ, ਕਿਸਾਨਾਂ ਦੀ ਲੜਾਈ ਲੜਦਾ ਰਿਹਾ। ਖਾਸ ਤੌਰ ਤੇ ਮਜ਼ਦੂਰਾਂ ਦੀ ਲੜਾਈ, ਮਜ਼ਦੂਰਾਂ ਦੀ ਪਾਰਟੀ ਲੈਫਟ ਰਿਹਾ, ਹਮੇਸ਼ਾ ਉਹਨਾਂ ਦੀ ਲੜਾਈ ਲੜਦਾ ਰਿਹਾ। ਪਰ ਇਸ ਵਾਰ ਮਾਸਟਰ ਸਟ੍ਰੋਕ ਮਮਤਾ ਬੈਨਰਜੀ ਨੇ ਮਾਰਨਾ ਸੀ। 2006 ਦੀ ਗੱਲ ਹੈ। ਤਸਵੀਰਾਂ ਤੁਹਾਨੂੰ ਪਹਿਲਾਂ ਇਸ ਜ਼ਮੀਨ ਦੀਆਂ ਦਿਖਾਉਂਦੇ ਹਾਂ। ਤਕਰੀਬਨ 1000 ਏਕੜ ਇਹ ਜ਼ਮੀਨ ਹੈ। 1000 ਏਕੜ ਜ਼ਮੀਨ ਦਾ 2006 ਦਾ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ। 2006 ਦੇ ਵਿੱਚ ਜਦੋਂ ਨੈਨੋ ਦਾ ਇੱਥੇ ਪਲਾਂਟ ਲੱਗਣਾ, ਤਾਂ 2006 ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਟਾਟਾ ਜਿਹੜਾ ਹੈ, ਟਾਟਾ ਮੋਟਰਸ ਅਨਾਊਂਸ ਕਰਦਾ ਹੈ ਕਿ ਨੈਨੋ ਦੀ ਫੈਕਟਰੀ ਜਿਹੜੀ ਹੈ ਇਸੇ ਜ਼ਮੀਨ ਤੇ ਲੱਗੂਗੀ ਜੋ ਹੁਣ ਤੁਸੀਂ ਬੰਜਰ ਦੇਖ ਰਹੇ ਹੋ, ਜਿੱਥੇ ਤੁਹਾਨੂੰ ਘਾਹ, ਸਰਕੰਡੀ, ਪੱਥਰ ਆਦਿ ਚੀਜ਼ਾਂ ਜਿਹੜੀਆਂ ਹੁਣ ਇਹ ਬੰਜਰ ਨਜ਼ਰ ਆ ਰਹੀ ਹੈ ਜ਼ਮੀਨ। ਬਹੁਤ ਸਾਰੇ ਪੱਥਰ ਨੇ ਇੱਥੇ ਬਿਲਡ ਹੋਣਾ ਸ਼ੁਰੂ ਹੋ ਗਿਆ ਸੀ, ਤਾਂ ਪੱਥਰ ਨੇ, ਉਹ ਵੀ ਤੁਹਾਨੂੰ ਕਹਾਣੀ ਦੱਸਦੇ ਹਾਂ। ਤਾਂ ਮਈ ਦੇ ਵਿੱਚ ਟਾਟਾ ਅਨਾਊਂਸ ਕਰਦਾ ਹੈ। ਉਸ ਤੋਂ ਬਾਅਦ ਜੁਲਾਈ ਦੇ ਵਿੱਚ ਮਮਤਾ ਬੈਨਰਜੀ ਪ੍ਰੋਟੈਸਟ ਦੇ ਤੌਰ ਤੇ ਇਸੇ ਜ਼ਮੀਨ ਤੇ ਆ ਕੇ ਝੋਨਾ ਲਾਉਂਦੀ ਹੈ ਪ੍ਰੋਟੈਸਟ ਦੇ ਤੌਰ ਤੇ, ਔਰ ਉਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਇਸ ਪ੍ਰੋਟੈਸਟ ਦੀ। ਪਰ ਜੁਲਾਈ ਦੇ ਵਿੱਚ ਜਦੋਂ ਮਮਤਾ ਬੈਨਰਜੀ ਇਹ ਪ੍ਰੋਟੈਸਟ ਕਰਦੀ ਹੈ, ਜੂਨ ਦੇ ਵਿੱਚ ਫਿਰ ਟਾਟਾ ਮੋਟਰਸ ਇੱਥੇ ਕੰਸਟਰਕਸ਼ਨ ਸ਼ੁਰੂ ਕਰ ਦਿੰਦੀ ਹੈ। ਉਸ ਤੋਂ ਬਾਅਦ ਲੰਮਾ ਸੰਘਰਸ਼ 1 ਸਾਲ ਤੱਕ ਚੱਲਦਾ ਹੈ। 2007 ਦੀ ਦਸੰਬਰ 'ਚ ਮਮਤਾ ਬੈਨਰਜੀ ਕਲਕੱਤੇ ਫਿਰ ਭੁੱਖ ਹੜਤਾਲ ਤੇ ਬੈਠਦੇ ਹੈ। ਅਗਸਤ 2007 ਦੇ ਵਿੱਚ ਧਰਨਾ ਜਿਹੜਾ ਹੈ ਉਹ ਇਸੇ ਜਗ੍ਹਾ ਤੇ ਪੱਕੇ ਤੌਰ ਤੇ ਲਾ ਲਿਆ ਜਾਂਦਾ ਹੈ। ਅਗਸਤ 2007 'ਚ ਇਸ ਜਗ੍ਹਾ ਦੇ ਉੱਤੇ ਧਰਨਾ ਲੱਗ ਜਾਂਦਾ ਹੈ ਔਰ ਟਾਟਾ ਫਿਰ 2008 ਅਕਤੂਬਰ ਦੇ ਵਿੱਚ ਪੂਰੇ ਰੌਲੇ ਤੋਂ ਬਾਅਦ ਡਿਸਾਈਡ ਕਰਦੀ ਹੈ ਕਿ ਫੈਕਟਰੀ ਇੱਥੋਂ ਬਾਹਰ ਲਿਜਾਈ ਜਾਵੇ। ਇੱਥੇ ਟਾਟਾ ਫੈਕਟਰੀ ਨਹੀਂ ਲਾਉਂਦੀ। 2011 'ਚ ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਸੇ ਪ੍ਰੋਟੈਸਟ ਦੀ ਬਦੌਲਤ ਮਮਤਾ ਬੈਨਰਜੀ ਦੀ ਸਰਕਾਰ ਬਣਦੀ ਹੈ ਤੇ ਫਿਰ ਜੂਨ 2011 ਸਰਕਾਰ ਬਣਨ ਤੋਂ ਬਾਅਦ ਸਿੰਗੂਰ ਲੈਂਡ ਰੀਹੈਬਿਲਿਟੇਸ਼ਨ ਬਿੱਲ ਪਾਸ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ। ਪਰ ਜੂਨ ਦੇ ਵਿੱਚ 2012 'ਚ 1 ਸਾਲ ਬਾਅਦ ਤਕਰੀਬਨ ਹਾਈ ਕੋਰਟ ਜਿਹੜਾ ਹੈ ਇਸ ਨੂੰ ਅਨਕਨਸਟੀਟਿਊਸ਼ਨਲ ਕਰਾਰ ਦਿੰਦਾ ਹੈ ਇਸ ਬਿੱਲ ਨੂੰ, ਔਰ ਮਾਮਲਾ ਜਿਹੜਾ ਸੁਪਰੀਮ ਕੋਰਟ ਚਲਾ ਜਾਂਦਾ ਹੈ। ਸੁਪਰੀਮ ਕੋਰਟ ਜਾਣ ਤੋਂ ਬਾਅਦ ਅਗਸਤ 2016 ਦੇ ਵਿੱਚ ਸੁਪਰੀਮ ਕੋਰਟ ਇਹ ਫੈਸਲਾ ਸੁਣਾਉਂਦਾ ਹੈ ਕਿ ਇਹ तमाम ਜ਼ਮੀਨ ਜਿਹੜੀ ਹੈ ਇਹ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਜਾਵੇ। ਅਗਸਤ 2016 ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਕਿ ਇਹ ਜ਼ਮੀਨ ਵਾਪਸ ਕੀਤੀ ਜਾਵੇ। ਅੱਜ 2000 ਰੁਪਇਆ ਪਰ ਮੰਥ ਜਿਹੜਾ ਕਿਸਾਨਾਂ ਨੂੰ ਮਮਤਾ ਬੈਨਰਜੀ ਦੀ ਸਰਕਾਰ, ਜਿਨ੍ਹਾਂ ਦੀ ਇਹ ਜ਼ਮੀਨ ਸੀ 1000 ਕਿੱਲਾ, ਉਹਨਾਂ ਨੂੰ ਦਿੰਦੀ ਹੈ
ਔਰ 16 ਕਿੱਲੇ ਚਾਵਲ ਹਰ ਮਹੀਨੇ ਜਿਹੜਾ ਦਿੱਤਾ ਜਾਂਦਾ ਹੈ। 16 किलो माफ़ करना चावल ਜਿਹੜਾ ਦਿੱਤਾ ਜਾਂਦਾ है। आप यहीं के हैं बंगाल के? तो क्या इस जगह के बारे में क्या जानते हैं? इस सर ये उस टाइम में जगह पर ममता दीदी यहाँ पे एनएच के ऊपर में धरना दिया था, किसान लोग को यहाँ पे ज़मीन को तोड़ फोड़ करके टाटा रतन वाला ये सब लगाया था यहाँ पे। फिर वो दीदी आगे धरना दिया, बोला यहाँ पे कुछ नहीं होने देंगे, ये सब करके यहाँ पे एनएच पे वो पूरा जाम करके ये सब हटाए हैं। क्यों नहीं बनने दी यहाँ पे फैक्ट्री, क्यों नहीं बनने दी? वो तो सर हम लोग को ये पता नहीं है कि वो फिर कभी किसान लोग बोला कि हम लोग को बगैर मर्जी का जो रेट चाहिए था वो रेट नहीं मिला है। हाँ, फिर वो लोग को बोला कि दीदी बोला कि वो रेट हम दिलाएंगे, हाँ। फिर इसीलिए वो लोग को संग में हुआ यहाँ ऐसे। बन गया था, थोड़ी बहुत बना था हाँ क्या? सर बहुत सारा बना हुआ था, ये यहाँ पे देखिए पूरा ये सब जो है पूरा बन गया था, पूरा सब कुछ ਬਣ ਗਿਆ ਸੀ ਇੱਥੇ ਪਲਾਂਟ। ਬਾਈ ਲਗਭਗ ਪਲਾਂਟ ਬਣ ਗਿਆ ਸੀਗਾ ਇਹ ਤੋਂ ਉਹ ਤੋਂ ਬਾਅਦ ਸਾਰਾ ਕੁਝ ਜਦ ਨੈਨੋ ਪਲਾਂਟ ਇੱਥੋਂ ਚਲੇ ਗਿਆ ਫਿਰ ਹੁਣ ਮਮਤਾ ਨੇ ਇੱਥੋਂ ਸਾਰੇ ਕੰਕਰੀਟ ਦੀਆਂ ਕਢਾਇਆ ਜਿਹੜੀਆਂ ਬੜੀਆਂ ਬੜੀਆਂ ਉਰੇ ਬਿਲਡਿੰਗਾਂ ਬਣ ਗਈਆਂ ਸੀਗੀਆਂ ਜਾਂ ਸ਼ੈੱਡ ਲੱਗ ਗਏ ਸੀ, ਰੋਡ ਬਣ ਗਏ ਸੀ ਉਰੇ ਤੁਸੀਂ ਦੇਖ ਸਕਦੇ ਹੋ ਉਰੇ ਬਲੌਕਸ ਪਏ ਨੇ ਵੱਡੇ ਵੱਡੇ ਹਜੇ ਵੀ ਕੰਕਰੀਟ ਦੇ। ਇਹ ਹੁਣ ਕੁਝ 3 ਸਾਲ ਪਹਿਲਾਂ ਇੱਥੋਂ ਸਾਰਾ ਕੁਝ ਅਪਲਿਫਟ ਕੀਤਾ ਗਿਆ, ਬਹੁਤ ਪੈਸਾ ਲੱਗਿਆ ਇੱਥੇ ਰੋਡ ਦੇ ਖੱਬੇ ਪਾਸੇ ਸਕ੍ਰੈਪ ਹੀ ਸਕ੍ਰੈਪ ਪਿਆ ਸੀ, ਉੱਥੇ ਦੇਖੋ ਸਾਹਮਣੇ ਹਜੇ ਵੀ ਕੰਕਰੀਟ ਪਿਆ, ਬੜੀਆਂ ਬੜੀਆਂ ਸਲੈਬਾਂ ਪਈਆਂ ਨੇ। ਇਹ ਹੁਣ ਉਸ ਤੋਂ ਦੇਖੋ ਬਾਅਦ ਤੁਸੀਂ ਆ ਬਿਜਲੀ ਦੀਆਂ ਤਾਰਾਂ ਪਈਆਂ, ਸਾਰਾ ਕੁਝ ਇੱਥੇ ਹੋ ਗਿਆ ਸੀਗਾ ਤਕਰੀਬਨ। ਉਸ ਤੋਂ ਬਾਅਦ ਹੀ ਹੁਣ ਜ਼ਮੀਨ ਬੰਜਰ ਹੋ ਗਈ ਤਾਂ ਕਿਉਂਕਿ ਇੱਥੇ ਥੱਲੇ ਇੰਨਾ ਕੁਝ ਪਾਤਾ, ਰੋਡਾਂ ਵਗੈਰਾ ਹੋਰ ਪਾਤਾ, ਇਹਨਾਂ ਤੋਂ ਖੇਤੀ ਕਰਨੀ ਇਹਨਾਂ ਦੀ ਇੰਪੋਸੀਬਲ ਹੋਈ खेती जोगी रही नहीं है। ਰਹੀ ਨਹੀਂ, ਤਾਂ ਹੀ ਇੱਥੇ ਖੇਤੀ ਨਹੀਂ ਹੋ ਰਹੀ। अच्छा दादा, आपकी जमीन कहाँ है? इधर ही थी? हाँ इधर ही थी। तो आपको क्या मिला इसके बदले? इसके बदले क्या मिला, मैंने तो जयपुर में रहता था पहले, हाँ, तो क्या ये खेती बाड़ी कर नहीं पाता था, क्योंकि सबसे बात ये है यहाँ पे तो पहले तो होता था कुछ जो सब्जी वगैरह, लेकिन तो जब नैनो बनना था उसी टाइम तो हम लोग सोचा था ज़मीन दे देंगे फैक्ट्री के लिए, हाँ। तो ज़मीन दे दिया था। तो क्या एक्चुअली क्या कितना जमीन था आपका? मेरा पापा का 1 बीघे था। अच्छा, एक्चुअली क्या है, मैं तो सोने का काम करता हूँ, सीधी सीधी बात, जयपुर में रहता था, लेकिन मैं तो सोचा था कि बाहर रहने से यहाँ पे काम करूँ तो अच्छा होता। हाँ। फैक्ट्री तो पूरा बन गया था, हाँ। लेकिन वो तो दीदी ने तो यहाँ पे पूरा फैक्ट्री तो गलत किया? गलत किया, मेरा हिसाब से तो गलत किया। क्योंकि ये जो फैक्ट्री बन गया था जब 600 एकड़ 400 एकड़ का बात था, यहाँ पे जो दीदी से जो लड़ाई हुआ था 600 और 400 लेके था मेरा ख्याल से, क्योंकि मैं जानता हूँ यहाँ के लोकल हूँ, मेरा ज़मीन भी है। लेकिन एक्चुअली क्या है, जब फैक्ट्री बन गया था तो जिन लोगों ने ज़मीन खेती बाड़ी करना है उसको तो दे देना चाहिए था ना, तो फैक्ट्री रहने देते, मेरा दोनों तरफ से फ़ायदा होता था। यहाँ पे फैक्ट्री रह जाता, जिनको खेती बाड़ी का शौक है वो करेगा। तो आपको लगता है नौकरी मिलता, फैक्ट्री रहता? हाँ ये बिल्कुल, तो जमीन जाता तो जाता तो पूरा तो ख़त्म कर दिया था, जो हो गया तो हो गया। आप देखिए ना क्या है इसमें से खेती बाड़ी हो सकती है क्या? ਕਹਿੰਦੇ ਜ਼ਮੀਨ ਤਾਂ ਦੇ ਹੀ ਦਿੱਤੀ ਸੀ। ਇਹ ਜੈਪੁਰ ਰਹਿੰਦੇ ਸੀ, ਸੋਨੇ ਦਾ ਉੱਥੇ ਜੌਬ ਕਰਦੇ ਸੀਗੇ, ਉਰੇ ਸੁਨਿਆਰੇ ਬਹੁਤ ਨੇ। अच्छा, ਬੰਗਾਲੀ ਮਾਹਰ ਨੇ ਸੋਨੇ ਦਾ ਕੰਮ ਕਰਨ ਵਾਸਤੇ, ਜੈਪੁਰ ਰਹਿੰਦੇ ਸੀ। ਇਹਨਾਂ ਕੋਲ 1 ਬਿੱਗਾ ਜ਼ਮੀਨ ਸੀ, ਕਹਿੰਦੇ ਮੇਰੇ ਪਿਤਾ ਦੀ। ਜੈਪੁਰ ਤੋਂ ਜੌਬ ਛੱਡ ਕੇ ਆਏ ਵੀ ਉਰੇ ਫੈਕਟਰੀ ਐਸਟੈਬਲਿਸ਼ ਹੋ ਗਈ, ਮੈਂ ਹੁਣ ਉਰੇ ਜੌਬ ਕਰੂੰਗਾ। ਫੈਕਟਰੀ ਤਾਂ ਬਣੀ ਗਈ ਸੀ, ਸਭ ਕੁਝ ਹੋ ਗਿਆ ਸੀ, ਤੇ ਕਹਿੰਦੇ ਨਾ ਹੁਣ ਫੈਕਟਰੀ ਹੋ ਰਹੀ ਆ, ਨਾ ਖੇਤੀ ਉਹ ਕਰਨ ਜੋਗੇ ਆ, ਜੌਬ ਵੀ ਤੋਂ ਗਏ, ਤੇ ਅੱਜ ਅਸੀਂ ਵਿਹਲੇ ਤੁਰੇ ਫਿਰਦੇ 2000 रुपया महीना मिलता है आप लोग को? हाँ ये 2000 रुपये देता है, 16 किलो चावल भी देता है। 16 किलो चावल देता है। ये इसमें से क्या होता है मैं एक्चुअली बताता हूँ। 2000 रुपया 16 किलो में क्या होता है, सबसे बात ये है उनको तो खाने तो मिल रहा है, वो बात सही है, लेकिन इसमें से लाइफ आगे क्या जाएगा बोलो? क्या जाएगा? ये बात है ना, जमीन भी ये- गई, इससे फैक्ट्री सबसे- भी नहीं लगी सबसे आपकी बात भी। ये 2000 रुपये पे लेकिन जीती, मैं क्या इसकी वजह से ममता हाँ, जीती। सबसे बात ये बात बिल्कुल सही है, इसका वजह से नंदीग्राम से जीता है। हाँ। इसका दोनों से लड़ाई करके जियाता है। लेकिन आज जो हो रहा है मेरा ख्याल से उसको ये सोचना चाहिए, जो ये फैक्ट्री जो जब पूरा बन गया था, जब उन्हें केस जीता था सुप्रीम कोर्ट से, तो उसको क्या जो ज़मीन की खेतीबाड़ी करना है मेरा ख्याल से उसको खेतीबाड़ी से दे देता, जो ज़मीन पड़ रहा तो था। यहाँ इस बार किसका जोर है? फैक्ट्री तो है इस बार किसका जोर है? दीदी का है या मोदी का है? नहीं, एक्चुअली तो यहाँ पे बीजेपी का ज़्यादा है। बीजेपी का ज्यादा है। हाँ। तो बीजेपी जीतेगी आपको लगता है? मेरा ख्याल से तो जो लोकसभा में वोट हुआ था तो उसी वजह से तो जीता ही हुआ है। इधर पब्लिक क्या सोचेगा उसका ऊपर देखेंगे क्या है। क्या सोचता है? इंसान का तो अलग अलग माइंड। दीदी खुद जीतेंगी क्या हारेंगी? मेरा ख्याल से तो हार जाएगा। हार जाएगा, खुद हारेगा। हारेगा। आपको भी यही लगता है? दीदी हारेगा? হার জায়গা মনে হচ্ছে লড়াই চলবে। लड़ाई क्या क्या? ਕਹਿੰਦੇ ਲੱਗਦਾ ਮੋਨੇ ਹੋচ্ছে ਵੀ ਸਾਨੂੰ ਅਸੀਂ ਸੋਚਦੇ ਆ ਇਦਾਂ ਜਾਪਦਾ ਹੈ ਸਾਨੂੰ ਵੀ ਦੀਦੀ ਹਾਰ ਸਕਦੀ ਆ, ਲੜਾਈ ਜਾਰੀ ਆ, ਬਾਕੀ ਦੇਖੋ ਕੀ ਹੁੰਦਾ। तो ठीक है। हाँ, सबसे बात वो नहीं है, सबसे मैं ये कह रहा हूँ किसी का बारे में
अलग बात है, लेकिन मेरा ख्याल से जो अभी जो रेस चल रहा है बीजेपी का, तो यहाँ पे बंगाल में सीट बहुत कुछ मिलेगा मेरे ख्याल से। कारण विकास किया। आप तो देखा है, सबसे बात है खेती बाड़ी से तो इंसान को तो रोटी रोजगार चाहिए ना। फैक्ट्री हम लोग कहाँ पे से कहाँ पे, यहाँ से कितना आदमी बाहर रहता है, हम सोने के लिए काम जाता है। बंगाली आपको भी यही लगता है? बंगाली जो हाँ, जितना वही आदमी है ना, दीदी जीतेगी मोदी जीतेगा? नहीं, अभी तो दोनों के साथ टक्कर है। टक्कर है। दीदी भी जीत सकता है, मोदी भी जीत सकता है, ऐसे कोई बात नहीं। दोनों का ये है, चल रहा है। 1000 ਏਕੜ ਦੇ ਵਿੱਚ, ਹਾਲਾਂਕਿ 1000 ਏਕੜ ਬਹੁਤ ਜ਼ਮੀਨ ਹੈ। ਪ੍ਰੋਬਲਮ ਇਹ ਹੈ ਕਿ ਇੱਥੇ ਆਸ-ਪਾਸ ਦੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਇਹ ਜ਼ਮੀਨ ਸੀ, ਕਿਸੇ ਦੀ 1 ਬਿੱਗਾ, ਕਿਸੇ ਦੀ 2 ਬਿੱਗੇ, ਬਹੁਤ ਛੋਟੀਆਂ ਜ਼ਮੀਨਾਂ ਸੀਗੀਆਂ, ਤਾਂ ਜਿਹੜੀ ਸਰਕਾਰ ਨੇ ਇਹ ਜ਼ਮੀਨ ਲਈ ਸੀ। ਹੁਣ ਪ੍ਰੋਬਲਮ ਕੀ ਹੈ ਕਿ ਜਦੋਂ ਕੰਸਟਰਕਸ਼ਨ ਹੋਈ ਤਾਂ ਇਹਦੇ ਥੱਲੇ ਸਾਰਾ ਪੱਥਰ ਹੈ। ਇਹ ਜ਼ਮੀਨ ਜਿਹੜੀ ਹੈ ਪਥਰੀਲੀ ਹੋ ਗਈ, ਸਾਰਾ ਆਸ-ਪਾਸ ਤੁਸੀਂ ਦੇਖੋ ਕਿ ਪੱਥਰ ਹੈ ਜ਼ਮੀਨ ਦਾ। ਔਰ ਮਾੜਾ ਮੋਟਾ ਜਿਹਦੀ ਕੋਈ ਜ਼ਮੀਨ ਵਾਪਸ ਹੋਈ ਹੈ, ਮਾੜਾ ਮੋਟਾ ਤੁਸੀਂ ਦੇਖੋ ਮੱਕੀ ਕਿਸਾਨਾਂ ਨੇ ਲਾ ਰੱਖੀ ਹੈ ਜਿੰਨੀ ਕੁ ਹੋ ਸਕੀ। ਕਾਰਨ ਇਹ ਹੈ ਕਿ ਇਕਵਿਪਮੈਂਟ ਹੈ ਨਹੀਂ ਆਪਣੇ, ਤਾਂ ਹੁਣ ਟਰੈਕਟਰ ਨੇ ਜਾਂ ਸੰਦ ਬਹੁਤ ਹੈ ਆਪਣੇ ਕੋਲ ਤਾਂ ਉੱਥੇ ਪੰਜਾਬ 'ਚ। ਬਾਈ ਇਹਨਾਂ ਕੋਲ ਸੰਦਾਂ ਦੀ ਉਹ ਕਮੀ ਆ। ਹਾਂ, ਜਿੱਥੇ ਪੰਜਾਬ ਆਪਾਂ ਜਿੱਡੀ ਬੜੀ ਖੇਤੀ ਕਰਦੇ ਆ, ਇਹ ਓਡੀ ਬੜੀ ਖੇਤੀ ਨਹੀਂ ਕਰਦੇ। ਜੇ ਟਰੈਕਟਰ ਵੀ ਹੈਗਾ ਨਾ ਕਿਸੇ ਕੋਲ, ਤਾਂ ਪਿੰਡ 'ਚ ਕਿਸੇ 100 ਬੰਦਿਆਂ 'ਚੋਂ ਇੱਕ ਕੋਲੇ ਟਰੈਕਟਰ ਆ। ਉਰੇ ਟਰੈਕਟਰ ਜਿਹੜਾ ਆਪਣੇ ਹਲ ਹੁਲ ਤਵੀਆਂ ਨੇ ਇੱਥੇ ਹੈ ਹੀ ਨਹੀਂ, ਇਹ ਹੱਥੀਂ ਕ ਕਰਦੇ ਨੇ। ਹੁਣ ਤੁਸੀਂ ਦੇਖ ਲਓ ਛਿੱਦੀ ਬੀਜੀ ਹੋਈ ਆ, ਜਿੰਨੀ ਕਿ ਇਹਨਾਂ ਤੋਂ ਬੀਜੀ ਗਈ ਹੱਥੀਂ, ਜਿੰਨੀ ਕਿ ਬੁਲਦਾਂ ਲੈ ਕੇ ਇਹਨਾਂ ਤੋਂ ਬੀਜੀ ਗਈ। ਵਿੱਚ ਪੱਥਰ ਨੇ, ਉਹ ਦੇਖੋ ਹਜੇ ਵੀ ਪੱਥਰ ਵਿੱਚ ਤੁਰੇ ਫਿਰਦੇ ਨੇ। ਬਸ ਇਹਨਾਂ ਨੇ ਹੁਣ ਬਸ ਜਿੰਨਾ ਕੁ ਹੁੰਦਾ ਉਹਨਾਂ ਕੁ ਕਰਦੇ ਨੇ, ਕਿਉਂਕਿ ਥੱਲੇ ਪੱਥਰ ਹੀ ਇੰਨਾ, ਇਹਨਾਂ ਦਾ ਹਲ ਚੱਲਦਾ ਨਹੀਂ। ਤੇ ਸਰਕਾਰ ਨੇ ਹਾਲਾਂਕਿ ਸੁਪਰੀਮ ਕੋਰਟ ਦੇ ਆਰਡਰ ਸੀਗੇ 2016 ਦੇ ਜ਼ਮੀਨ ਵਾਪਸ ਕਰਨ ਦੇ, ਕਿਸਾਨਾਂ ਨੂੰ ਵਾਪਸ ਹੋਈ। ਪਰ ਕਿਸਾਨਾਂ ਦੇ ਹਾਲਾਤ ਇਹ ਬਣੇ ਕਿ ਜਦੋਂ ਪਲਾਂਟ ਲੱਗ ਗਿਆ ਉਸ ਤੋਂ ਬਾਅਦ ਸੜਕਾਂ ਬਣ ਗਈਆਂ, ਜ਼ਮੀਨ ਪਥਰੀਲੀ ਹੋ ਗਈ। ਔਰ ਫਿਰ ਇਹੋ ਜਿਹੇ ਸੰਦ ਇਹਨਾਂ ਕੋਲ, ਲੋਕਾਂ ਕੋਲੇ ਹੈ ਨਹੀਂ, ਟਰੈਕਟਰ ਨਹੀਂ ਹੈ, ਕਿਰਾਏ ਹੈ ਨਹੀਂ ਇੱਥੇ, ਤਵੀਆਂ ਹੈ ਨਹੀਂ ਇੱਥੇ ਇਹਨਾਂ ਦੇ ਕੋਲੇ ਕਿ ਆ ਕੇ ਇੱਥੇ ਵਾਹੀ ਕਰਨ ਜੋਗੀ ਇਸ ਜ਼ਮੀਨ ਨੂੰ ਕਰ ਸਕੇ। ਜਿੰਨਾ ਕੁ ਹੋਇਆ ਇਹਨਾਂ ਨੇ ਹੱਥਾਂ ਦੇ ਨਾਲ ਇਹ ਮਾੜੀ ਮੋਟੀ ਆਪਦੀ ਮੱਕੀ ਬੀਜ ਲਈ, ਔਰ ਮਾੜਾ ਮੋਟਾ ਜਿੰਨਾ ਕੁ ਲੋਕਾਂ ਤੋਂ ਸਰਿਆ। ਹਾਲਾਂਕਿ ਮੋਟਰਾਂ ਜ਼ਰੂਰ ਦੂਰ ਲੱਗੀਆਂ ਹੋਈਆਂ ਸਾਨੂੰ ਨਜ਼ਰ ਆ ਰਹੀਆਂ, ਪਰ ਉਹਦਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੈ, ਬੈਨੀਫਿਟ ਨਹੀਂ ਹੈ, ਕਿਉਂਕਿ ਸੰਦਾਂ ਦੀ ਕਮੀ ਹੈ, ਇਕਵਿਪਮੈਂਟ ਦੀ ਘਾਟ ਹੈ, ਔਰ ਜ਼ਮੀਨਾਂ ਬਹੁਤ ਥੋੜ੍ਹੀਆਂ, ਕਿਸੇ ਕੋਲੇ ਬਿੱਗਾ, ਕਿਸੇ ਕੋਲੇ 2 ਬਿੱਗੇ। ਤਾਂ ਕਰਕੇ ਇਹ ਮੁਸੀਬਤ ਹੈ ਇਹਨਾਂ ਵਾਸਤੇ ਕਿ ਇੱਥੇ ਕੁਝ ਬੀਜ ਨਹੀਂ ਸਕਦੇ। ਇਹ ਨੈਨੋ ਦਾ ਉਹ ਪਲਾਂਟ ਇਸ ਜਗ੍ਹਾ ਤੇ ਲੱਗਣਾ ਸੀ। ਇਹ ਵੱਖੋ ਵੱਖਰੇ ਪੁਆਇੰਟਸ ਨੇ। ਹਾਲਾਂਕਿ ਇਹਨਾਂ ਦਾ ਮੰਨਣਾ ਹੈ, ਇਹਨਾਂ ਦੀ ਇੱਥੇ 1 ਬਿੱਗਾ ਜ਼ਮੀਨ ਇਹਨਾਂ ਦੇ ਪਰਿਵਾਰ ਦੀ ਸੀਗੀ ਕਿ ਜ਼ਮੀਨ ਵੀ ਸਾਡੇ ਹੱਥੋਂ, ਕਿਉਂਕਿ ਇਹ ਬੰਜਰ ਹੋ ਗਈ ਜ਼ਮੀਨ, ਨਾ ਇੱਥੇ ਖੇਤੀ ਜੋਗੀ ਰਹੀ ਦੁਬਾਰਾ, ਨਾ ਹੀ ਇੱਥੇ ਪਲਾਂਟ ਲੱਗ ਸਕਿਆ। ਤਾਂ ਇਹਨਾਂ ਦਾ ਮੰਨਣਾ ਹੈ ਕਿ ਇੱਥੇ ਜੇ ਪਲਾਂਟ ਲੱਗ ਜਾਂਦਾ ਤਾਂ ਸ਼ਾਇਦ ਨੌਕਰੀਆਂ ਮਿਲਦੀਆਂ, ਪਰ ਸਾਨੂੰ 2000 ਰੁਪਇਆ ਮਹੀਨਾ ਔਰ ਤਕਰੀਬਨ 16 ਕਿਲੋ ਚਾਵਲ ਉਸ ਦੇ ਬਦਲੇ ਮਿਲਦੇ ਨੇ। ਜ਼ਮੀਨ ਇਹਨਾਂ ਨੂੰ ਵਾਪਸ ਕਰ ਦਿੱਤੀ ਗਈ ਹੈ, ਜ਼ਮੀਨ ਦੇ ਮਾਲਕ ਇਹ ਲੋਕ ਨੇ, ਪਰ ਇੱਥੇ ਵਾਹੀ ਜਿਹੜੀ ਹੈ, ਹੁਣ ਖੇਤੀ ਜਿਹੜੀ ਹੈ ਉਸ ਦੇ ਕਾਬਲ ਇਹ ਮੰਨਦੇ ਕਿ ਜ਼ਮੀਨ ਨਹੀਂ ਰਹੀ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ ਏਅਰ, ਸਿੰਘੂਰ।